KCGC ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮਰੀਤ ਬਾਜਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਵਿਡ-19 ਦੇ ਦੌਰਾਨ ਸਾਨੂੰ ਸਾਡੀ ਬਾਡੀ, ਸਾਡੀ ਹੈਲਥ ਦੀ ਇੰਪੋਰਟੈਂਸ ਦਾ ਤਾਂ ਪਤਾ ਲੱਗ ਹੀ ਗਿਆ ਹੋਇਆ। ਸੋ ਅੱਜ ਜਿਹੜਾ ਕੋਰਸ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਹੀ ਹਾਂ ਉਹ ਵੀ ਸਾਡੀ ਬਾਡੀ, ਸਾਡੀ ਹੈਲਥ, ਸਾਡੀ ਸਿਹਤ ਦੇ ਨਾਲ ਹੀ ਰਿਲੇਟਡ ਆ। ਸੋ ਕੋਰਸ ਦਾ ਨਾਮ ਹੈ ਜੀ ਫਿਜ਼ੀਓਥੈਰੇਪੀ। ਸੋ ਇਸੇ ਲਈ ਮੈਂ ਪਹੁੰਚੀ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ, ਜਿੱਥੇ ਤੁਹਾਨੂੰ ਦੱਸਦੇ ਆ ਕਿ ਫਿਜ਼ੀਓਥੈਰੇਪੀ ਹੈ ਕੀ ਤੇ ਕਿਵੇਂ ਲੈ ਸਕਦੇ ਹੋ ਤੁਸੀਂ ਇਸ ਕੋਰਸ ਦੇ ਵਿੱਚ ਐਡਮਿਸ਼ਨ। ਸੋ ਗੱਲਬਾਤ ਕਰਦੇ ਹਾਂ ਜੀ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਹੈਡ ਡਾਕਟਰ ਦਵਿੰਦਰ ਕੌਰ ਢਿੱਲੋਂ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਤੁਹਾਡਾ KCGC TV ਤੇ। ਥੈਂਕ ਯੂ। ਮੈਮ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਤਾਂ ਫਿਜ਼ੀਓਥੈਰੇਪੀ ਇਹ ਟਰਮ ਦਾ ਮਤਲਬ ਕੀ ਆ? ਫਿਜ਼ੀਓਥੈਰੇਪੀ ਇੱਕ ਇਹੋ ਜਿਹੀ ਹੈਲਥ ਕੇਅਰ ਦੀ ਫੀਲਡ ਹੈ ਜਿਹਦੇ 'ਚ ਅਸੀਂ ਟਰੀਟਮੈਂਟ ਕਰਦੇ ਹਾਂ ਬਾਈ ਫਿਜ਼ੀਕਲ ਮੀਨਸ, ਵਿਚ ਮੀਨਸ ਕਿ ਅਸੀਂ ਡਰੱਗਸ ਯੂਜ਼ ਨਹੀਂ ਕਰਦੇ, ਕੋਈ ਸਰਜਰੀ ਨਹੀਂ ਕਰਦੇ, ਉਹਨਾਂ ਤੋਂ ਬਿਨਾਂ ਫਿਜ਼ੀਕਲ ਮੀਨਸ ਨਾਲ ਠੀਕ ਕਰਦੇ ਹਾਂ। ਫੋਰ ਐਗਜ਼ਾਮਪਲ ਵੀ ਯੂਜ਼ ਓਨਲੀ ਐਕਸਰਸਾਈਜ਼ ਥੈਰੇਪੀ। ਡਿਫੋਰਮਿਟੀਜ਼ ਨੂੰ ਅਸੀਂ ਸਿਰਫ ਐਕਸਰਸਾਈਜ਼ ਥੈਰੇਪੀ ਨਾਲ ਠੀਕ ਕਰ ਸਕਦੇ ਹਾਂ, ਮੈਨੂਅਲ ਟੈਕਨੀਕਸ ਨਾਲ ਠੀਕ ਕਰ ਸਕਦੇ ਹਾਂ। ਵੀ ਆਲਸੋ ਯੂਜ਼ ਥਰਮੋਥੈਰੇਪੀ, ਇਲੈਕਟ੍ਰੋਥੈਰੇਪੀ। ਸੋ ਇਹ ਸਾਰੀਆਂ ਜਿਹੜੀਆਂ ਨੇ ਨੋਨ ਇਨਵੇਜ਼ਿਵ ਐਂਡ ਸੇਫ ਕਾਈਂਡ ਆਫ ਟਰੀਟਮੈਂਟ ਅਪਰੋਚਿਸ ਨੇ। ਸੋ ਅਸੀਂ ਕਹਿ ਸਕਦੇ ਹਾਂ ਕਿ ਫਿਜ਼ੀਓਥੈਰੇਪੀ ਸਭ ਤੋਂ ਇੱਕ ਇਸ ਚੀਜ਼ ਨੂੰ ਸੇਫ ਮੰਨ ਸਕਦੇ ਹਾਂ ਟਰੀਟਮੈਂਟ ਨੂੰ, ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਔਰ ਟਰੀਟਮੈਂਟ ਦਾ ਜਿਹੜਾ ਅਸਰ ਹੈ ਇਨ ਮੋਸਟ ਆਫ ਦੀ ਕੇਸਿਸ ਪਰਮਾਨੈਂਟ ਹੁੰਦਾ ਹੈ, ਔਰ ਜਾਂ ਫਿਰ ਕਾਫੀ ਲੰਮੇ ਡਿਊਰੇਸ਼ਨ ਤੱਕ ਰਹਿੰਦਾ ਹੈ ਐਜ਼ ਕੰਪੇਅਰ ਟੂ ਅਦਰ ਟਰੀਟਮੈਂਟਸ। ਮੈਮ, ਤੁਸੀਂ ਟਰੀਟਮੈਂਟਸ ਦੀ ਗੱਲ ਕਰ ਰਹੇ ਹੋ, ਸਟੂਡੈਂਟਸ ਦੇ ਮਨ ਵਿੱਚ ਇੱਕ ਸਵਾਲ ਹੋਊਗਾ ਕਿ MBBS ਵੀ ਤਾਂ ਇੱਕ ਡਾਕਟਰ ਬਣਨਾ ਹੀ ਆ। ਸੋ ਕੀ ਡਿਫਰੈਂਸ ਹੈ ਇਹਨਾਂ ਦੋਵਾਂ ਦੇ ਵਿੱਚ? ਡਿਫਰੈਂਸ ਇਹ ਹੈ ਕਿ MBBS ਦੇ ਵਿੱਚ ਡਰੱਗਸ ਬਹੁਤ ਜ਼ਿਆਦਾ ਯੂਜ਼ ਕੀਤੀਆਂ ਜਾਂਦੀਆਂ, ਸਰਜਰੀਜ਼ ਨੇ, ਇਨਵੇਜ਼ਿਵ ਟਰੀਟਮੈਂਟ ਟੈਕਨੀਕਸ ਬਹੁਤ ਜ਼ਿਆਦਾ ਨੇ। ਔਨ ਦੀ ਅਦਰ ਹੈਂਡ ਫਿਜ਼ੀਓਥੈਰੇਪੀ 'ਚ ਅਗਰ ਤੁਸੀਂ ਦੇਖੋ ਤਾਂ ਹਰ ਕੋਈ ਟਰੀਟਮੈਂਟ ਜਿਹੜੀ ਕਿਸੇ ਦਾ ਵੀ ਕੋਈ ਸਾਈਡ ਇਫੈਕਟ ਨਹੀਂ ਹੈ, ਬੜੇ ਨੈਚੁਰਲ ਕਾਈਂਡ ਆਫ ਵੇ ਹੈ ਟਰੀਟ ਕਰਨ ਦਾ। ਔਰ ਦੈਟਸ ਵਾਈ ਹੁਣ ਲੋਕ ਇਹਨੂੰ ਪ੍ਰੈਫਰ ਜ਼ਿਆਦਾ ਕਰ ਰਹੇ ਨੇ, ਲੋਕ ਜ਼ਿਆਦਾ ਅਵੇਅਰ ਹੋ ਰਹੇ ਨੇ, ਬਿਕੋਜ਼ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਗਰ ਕਿਸੇ ਸਟੂਡੈਂਟ ਨੇ ਇੱਥੇ ਐਡਮਿਸ਼ਨ ਲੈਣਾ ਹੋਵੇ ਤਾਂ ਬੇਸਿਕ ਰਿਕੁਆਇਰਮੈਂਟ ਕੀ ਆ, ਤੇ ਇੱਥੇ ਕਿਹੜੇ ਕੋਰਸ ਜਿਹੜੇ ਆ ਫਿਜ਼ੀਓਥੈਰੇਪੀ ਅੰਡਰ ਕਰਵਾਏ ਜਾਂਦੇ ਨੇ? ਕੋਰਸਿਸ ਸਾਡੇ ਕੋਲ ਬੈਚਲਰ ਆਫ ਫਿਜ਼ੀਓਥੈਰੇਪੀ ਡਿਗਰੀ ਕੋਰਸ ਹੈ ਐਂਡ ਪੋਸਟ ਗ੍ਰੈਜੂਏਸ਼ਨ ਮਾਸਟਰ ਆਫ ਫਿਜ਼ੀਓਥੈਰੇਪੀ ਹੈ। BPT ਦੀ ਐਲੀਜੀਬਿਲਿਟੀ ਹੈ 50% ਮਾਰਕਸ ਇਨ +2 ਮੈਡੀਕਲ, ਫਿਜ਼ਿਕਸ, ਕੈਮਿਸਟਰੀ, ਬਾਇਓ ਮਿਲਾ ਕੇ 50% ਮਾਰਕਸ ਹੋਣੇ ਚਾਹੀਦੇ ਆ। ਐਂਡ ਦੈਨ ਫॉर ਮਾਸਟਰਸ ਐਲੀਜੀਬਿਲਿਟੀ ਹੈ BPT ਦੇ ਵਿੱਚੋਂ 50% ਮਾਰਕਸ। ਉਹ ਮਾਸਟਰਸ ਦੀ ਐਡਮਿਸ਼ਨ ਮੈਰਿਟ ਬੇਸਿਸ 'ਤੇ ਹੈ ਐਂਡ ਵੀ ਹੈਵ 3 ਸਪੈਸ਼ਲਾਈਜੇਸ਼ਨਸ, ਆਰਥੋਪੈਡਿਕਸ, ਨਿਊਰੋਲੋਜੀ ਐਂਡ ਕਾਰਡੀਓਪਲਮਨਰੀ। ਮੈਮ, ਕੀ ਡਿਪਾਰਟਮੈਂਟ ਦੇ ਵਿੱਚ ਲੈਬਸ ਨੇ ਜਿੱਥੇ ਬੱਚਿਆਂ ਨੂੰ ਪ੍ਰੈਕਟੀਕਲ ਐਕਸਪੀਰੀਅੰਸ ਜਿਹੜਾ ਉਹ ਵੀ ਮਿਲੇ? ਲੈਬਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਡਿਪਾਰਟਮੈਂਟ ਤੋਂ ਜਦੋਂ ਦਾ ਸਟਾਰਟ ਹੋਇਆ ਉਦੋਂ ਤੋਂ ਹੀ ਸਾਡੇ ਕੋਲ ਬੜੀਆਂ ਵੈਲ ਫਰਨਿਸ਼ਡ ਲੈਬਸ ਨੇ। ਬਟ ਰੀਸੈਂਟਲੀ ਡਾਕਟਰ ਮਹਿਲ ਸਿੰਘ ਜੀ ਦੀ ਜੁਆਇਨਿੰਗ ਤੋਂ ਬਾਅਦ, ਪ੍ਰਿੰਸੀਪਲ ਸਰ ਦੀ ਜੁਆਇਨਿੰਗ ਤੋਂ ਬਾਅਦ ਅਸੀਂ ਇਹਨਾਂ ਨੂੰ ਹੋਰ ਜ਼ਿਆਦਾ ਅਪਗ੍ਰੇਡ ਕੀਤਾ ਹੈ। ਔਰ ਸਾਡੇ ਕੋਲ ਨੌਰਥ ਸਾਈਡ ਵਿੱਚ, ਇੰਡੀਆ ਦੇ ਨੌਰਥ ਜ਼ੋਨ ਦੇ ਵਿੱਚ ਸਭ ਤੋਂ ਬੈਸਟ ਕਾਰਡੀਓਪਲਮਨਰੀ ਔਰ ਆਰਥੋਪੈਡਿਕ ਲੈਬ ਹੈ। ਔਰ ਅਗਰ ਤੁਸੀਂ ਕਾਰਡੀਓਪਲਮਨਰੀ ਲੈਬ ਦੀ ਅਸੀਂ ਗੱਲ ਕਰੀਏ ਤਾਂ ਜਿਹੜਾ ਸਾਡੇ ਕੋਲ TMT ਹੈ, ਟ੍ਰੈਡਮਿਲ ਟੈਸਟਿੰਗ ਸਿਸਟਮ ਹੈ, ਜਿਹੜਾ ਸਟ੍ਰੈਸ ਟੈਸਟਿੰਗ ਅਸੀਂ ਉਹਨੂੰ ਕਹਿੰਦੇ ਹਾਂ, ਉਹ ਸਿਰਫ ਨੌਰਥ ਜ਼ੋਨ ਦੇ ਵਿੱਚ 2 ਇੰਸਟੀਟਿਊਸ਼ਨਸ ਦੇ ਵਿੱਚ ਹੈ। ਇੱਕ ਸਾਡੇ ਕੋਲ ਹੈ, ਇੱਕ ਜਲੰਧਰ LPU 'ਚ ਹੈ। ਔਰ ਇਸ ਤੋਂ ਬਿਨਾਂ ਸਾਡੇ ਕੋਲ ਇਲੈਕਟ੍ਰੋਥੈਰੇਪੀ ਯੂਨਿਟ ਹੈ, ਐਕਸਰਸਾਈਜ਼ ਥੈਰੇਪੀ ਯੂਨਿਟ ਹੈ, ਵੀ ਹੈਵ ਆਰਥੋਪੈਡਿਕ ਲੈਬ, ਅਨੈਟਮੀ ਲੈਬ, ਵੈਲ ਫਰਨਿਸ਼ਡ ਫਿਜ਼ੀਓਲੋਜੀ ਲੈਬ ਐਂਡ OPD। ਇੱਥੇ ਅਸੀਂ ਮੈਂਸ਼ਨ ਕਰਨਾ ਚਾਹਾਂਗੇ OPD ਵੀ ਇੱਕ ਲੈਬ ਵਾਂਗ ਹੀ ਹੈ, ਬਟ ਇਟ ਇਜ਼ ਅ ਸੈਪਰੇਟ ਡਿਪਾਰਟਮੈਂਟ ਇਨ ਦੀ ਫਿਜ਼ੀਓਥੈਰੇਪੀ ਡਿਪਾਰਟਮੈਂਟ, ਜਿਹਦੇ 'ਚ ਪੇਸ਼ੈਂਟ ਡੇਲੀ ਬੇਸਿਸ 'ਤੇ ਆਉਂਦੇ ਨੇ। ਔਰ ਇਹਦਾ ਇੱਕ ਲੈਬ ਵਾਂਗ ਹੈ। ਲੈਬ ਕਿਉਂ ਹੈ? ਕਿਉਂਕਿ ਬੱਚੇ ਉੱਥੇ ਜਾਂਦੇ ਨੇ, ਦੇਖਦੇ ਨੇ, ਰੀਅਲ ਟਾਈਮ ਉਹਨਾਂ ਦੀ ਟਰੀਟਮੈਂਟ ਦੇਖਦੇ ਨੇ। ਬੱਚਿਆਂ ਨੂੰ ਜਦੋਂ ਅਸੀਂ ਜੋ ਪੜ੍ਹਾਉਂਦੇ ਹਾਂ, ਥਿਊਰੀ ਵਿੱਚ ਪੜ੍ਹਾਉਂਦੇ ਹਾਂ, ਉਹ ਜਾ ਕੇ ਉਹਨਾਂ ਨੂੰ ਅਪਲਾਈ ਹੁੰਦਾ ਦੇਖਦੇ ਨੇ OPD ਦੇ ਵਿੱਚ। ਉੱਥੇ ਪੇਸ਼ੈਂਟਸ ਆਉਂਦੇ ਨੇ ਔਰ ਐਵਰੇਜ 30 to 40 ਪੇਸ਼ੈਂਟ ਰੋਜ਼ ਆ ਰਹੇ ਨੇ। ਸੋ ਉਹ ਵੀ ਸਾਡੀ ਇੱਕ ਲੈਬ ਹੈ ਜਿਹਦੇ ਵਿੱਚ ਹਰ ਤਰ੍ਹਾਂ ਦਾ ਇਕਵਿਪਮੈਂਟ ਮੌਜੂਦ ਹੈ। ਸੋ OPD ਜਿਹੜੀ ਹੈ ਤੁਹਾਨੂੰ ਥੋੜ੍ਹੇ ਟਾਈਮ ਦੇ ਵਿੱਚ ਅਸੀਂ OPD ਦੇ ਵਿੱਚ ਵੀ ਲੈ ਕੇ ਜਾਵਾਂਗੇ। ਸੋ ਮੈਮ, ਅਗਰ ਕੋਈ ਸਟੂਡੈਂਟ ਫਿਜ਼ੀਓਥੈਰੇਪੀ ਕਰਦਾ, ਪਹਿਲੀ ਗੱਲ ਤਾਂ ਇਹ ਕੋਰਸ ਦਾ ਡਿਊਰੇਸ਼ਨ ਕੀ ਆ, ਐਂਡ ਸੈਕੰਡਲੀ ਕਰੀਅਰ ਦੀ ਗੱਲ ਕਰੀਏ ਤਾਂ ਫਿਜ਼ੀਓਥੈਰੇਪੀ ਕਰਨ ਤੋਂ ਬਾਅਦ ਉਹਦੇ ਕੋਲ ਕੀ ਆਪਸ਼ਨਸ ਨੇ? ਡਿਊਰੇਸ਼ਨ BPT ਦੀ ਡਿਊਰੇਸ਼ਨ 4.5 ਈਅਰ ਹੈ। 4 ਸਾਲ ਬੱਚਾ ਸਟੱਡੀ ਕਰਦਾ ਹੈ, ਦੈਨ ਫॉर 6 ਮੰਥਸ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ। ਦੈਨ ਜੋ ਮਾਸਟਰਸ ਹੈ ਉਹ 2 ਈਅਰਸ ਦਾ ਕੋਰਸ ਹੈ। ਅਗਰ ਅਸੀਂ ਸਕੋਪ ਦੀ ਗੱਲ ਕਰਦੇ ਹਾਂ ਕਿ ਆਪਸ਼ਨਸ ਕੀ ਹੈ ਬੱਚੇ ਕੋਲ ਆਫਟਰ BPT ਗ੍ਰੈਜੂਏਸ਼ਨ ਤੋਂ ਬਾਅਦ,
ਗ੍ਰੈਜੂਏਸ਼ਨ ਕਰਦੇ ਹੀ ਉਹਨਾਂ ਕੋਲ ਇੱਕ ਬਹੁਤ ਸਾਰੀਆਂ ਵਾਸਟ ਓਪਰਚੁਨਿਟੀਜ਼ ਉਹਨਾਂ ਲਈ ਓਪਨ ਅਪ ਹੋ ਜਾਂਦੀਆਂ ਨੇ। ਫੋਰ ਐਗਜ਼ਾਮਪਲ ਦੇ ਕੈਨ ਵਰਕ ਇਨ ਹੌਸਪੀਟਲਸ, ਦੇ ਕੈਨ ਵਰਕ ਇਨ ਦੇ ਕੈਨ ਆਲਸੋ ਡੂ ਦੇਅਰ ਕਲੀਨਿਕਲ ਪ੍ਰੈਕਟਿਸ, ਆਪਣਾ ਕੰਮ ਕਰ ਸਕਦੇ ਨੇ, ਆਪਣੇ ਕਲੀਨਿਕ ਖੋਲ੍ਹ ਸਕਦੇ ਨੇ। ਦੈਨ ਬਹੁਤ ਸਾਰੇ ਤੁਸੀਂ ਸੁਣਿਆ ਹੋਏਗਾ ਹਰ ਇੱਕ ਤਰ੍ਹਾਂ ਦੀ ਸਪੋਰਟਸ ਟੀਮ ਦੇ ਨਾਲ ਇੱਕ ਫਿਜ਼ੀਓ ਹੁੰਦਾ। ਈਵਨ ਓਲੰਪਿਕ ਚੱਲ ਰਹੀਆਂ, ਉਹਦੇ ਵਿੱਚ ਹਰ ਤਰ੍ਹਾਂ ਦੇ ਗੇਮਸ ਦੇ ਵਿੱਚ ਜੀ। ਫਿਜ਼ੀਓਥੈਰੇਪਿਸਟ ਜਿਹੜਾ ਜ਼ਰੂਰੀ ਹੈ ਹਰ ਟੀਮ ਦਾ ਹੁੰਦਾ। ਦੈਨ ਜਿਮਸ ਦੇ ਵਿੱਚ ਜਿਹੜੇ ਟ੍ਰੇਨਰਸ ਨੇ, ਫਿਜ਼ੀਓਸ ਜਿਹੜੇ ਨੇ ਉਹ ਦੇ ਆਰ ਵੈਲ ਕੁਆਲੀਫਾਈਡ ਟ੍ਰੇਨਰਸ। ਐਂਡ ਹੋਰ ਅਗਰ ਮਾਸਟਰਸ ਕਰ ਲੈਂਦੇ ਨੇ ਉਹ ਟੀਚਿੰਗ ਵਿੱਚ ਵੀ ਆ ਸਕਦੇ ਨੇ MPT ਕਰਕੇ। ਸੋ ਮੈਮ ਫਿਜ਼ੀਓਥੈਰੇਪੀ ਦੀ ਗੱਲ ਚੱਲ ਰਹੀ ਹੈ, ਮੈਨੂੰ ਲੱਗਦਾ ਹੈ ਕਿ ਇਸ ਸਮੇਂ ਬਹੁਤ ਸਾਰੇ ਕਾਲਜਿਸ ਹੋਰ ਵੀ ਹੋਣਗੇ ਜਿੱਥੇ ਫਿਜ਼ੀਓਥੈਰੇਪੀ ਚੱਲ ਰਿਹਾ ਹੋਊਗਾ। ਸੋ ਅਗਰ ਮੇਨ ਡਿਫਰੈਂਸ ਦੀ ਗੱਲ ਕਰੀਏ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਤੇ ਬਾਕੀ ਫਿਜ਼ੀਓਥੈਰੇਪੀ ਜਿਹਦੇ ਚੱਲ ਰਹੀ ਹੈ, ਕੀ ਫਰਕ ਹੈ? ਦੇਖੋ ਖਾਲਸਾ ਕਾਲਜ ਦੇ ਵਿੱਚ ਸਟੱਡੀ ਲੈਣਾ ਹੀ ਆਪਣੇ ਆਪ 'ਚ ਇੱਕ ਬੜੀ ਮਾਣ ਵਾਲੀ ਗੱਲ ਹੈ। ਇਸ ਤੋਂ ਬਿਨਾਂ ਅਸੀਂ ਇੱਥੇ ਮੈਂਸ਼ਨ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਜਿਹੜਾ ਫਿਜ਼ੀਓਥੈਰੇਪੀ ਡਿਪਾਰਟਮੈਂਟ ਹੈ ਖਾਲਸਾ ਕਾਲਜ ਦਾ, ਇਹਦੇ ਅੰਮ੍ਰਿਤਸਰ ਵਿੱਚ ਇਕੱਲਾ ਇੰਸਟੀਟਿਊਸ਼ਨ ਹੈ ਜਿਹੜਾ IAP ਦੇ ਨਾਲ ਰੈਕਗਨਾਈਜ਼ਡ ਹੈ। IAP ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪਿਸਟ, ਉਹਦੇ ਨਾਲ ਰੈਕਗਨਾਈਜ਼ਡ ਹੈ। ਦੈਨ ਉਹ ਜ਼ਰੂਰੀ ਹੈ ਜਦੋਂ ਬੱਚਾ ਇੱਥੋਂ ਡਿਗਰੀ ਲੈ ਕੇ ਕੰਮ ਕਰਨ ਜਾਂਦਾ ਹੈ ਅਤੇ ਉਹ IAP ਦੀ ਰੈਕਗਨੀਸ਼ਨ ਹਰ ਜਗ੍ਹਾ 'ਤੇ ਮੰਗੀ ਜਾਂਦੀ ਹੈ, ਈਵਨ ਇੱਥੇ ਵੀ ਔਰ ਅਬਰੋਡ ਵੀ। ਇਸ ਕਰਕੇ ਉਹ ਰੈਕਗਨੀਸ਼ਨ ਹੈ, ਬੱਚੇ ਨੂੰ ਉਹਦੇ ਲਈ ਕੋਈ ਅਲੱਗ ਟੈਸਟ ਨਹੀਂ ਦੇਣਾ ਪੈਂਦਾ, ਮੈਂਬਰਸ਼ਿਪ ਲਈ ਕੁਛ ਐਕਸਟਰਾ ਕੁਛ ਨਹੀਂ ਕਰਨਾ ਪੈਂਦਾ। ਇੱਥੋਂ ਡਿਗਰੀ ਕਰਕੇ ਉਹਨਾਂ ਨੂੰ ਆਪਣੇ ਆਪ ਮੈਂਬਰਸ਼ਿਪ ਮਿਲ ਜਾਂਦੀ ਹੈ। ਦੂਸਰੀ ਚੀਜ਼, ਅਗਰ ਸਾਡੇ ਬੱਚੇ ਜਿਵੇਂ ਇੱਥੋਂ ਫਿਜ਼ੀਓਥੈਰੇਪੀ ਕਰਕੇ ਬਾਹਰ ਵੀ ਜਾਂਦੇ ਨੇ, ਡਿਵੈਲਪਡ ਕੰਟਰੀਜ਼ 'ਚ ਜਾ ਕੇ ਸੈਟਲ ਹੁੰਦੇ ਨੇ ਕਿਉਂਕਿ ਉੱਥੇ ਫਿਜ਼ੀਓਥੈਰੇਪੀ ਦਾ ਸਕੋਪ ਜ਼ਿਆਦਾ ਹੈ, ਉੱਥੇ ਸਾਡੀ ਡਿਗਰੀ ਖਾਲਸਾ ਕਾਲਜ ਦੀ ਡਿਗਰੀ ਐਜ਼ ਸੱਚ ਰੈਕਗਨਾਈਜ਼ਡ ਹੈ। ਠੀਕ ਹੈ, ਕਈ ਵਾਰ ਬੱਚੇ ਆਉਂਦੇ ਆ, ਉਹਨਾਂ ਨੂੰ ਕੁਐਰੀਜ਼ ਹੁੰਦੀਆਂ, ਉਹਨਾਂ ਨੂੰ ਡਾਊਟ ਹੁੰਦਾ ਕਿ ਸਾਡੀ ਡਿਗਰੀ ਬਾਹਰ ਮੰਨੀ ਜਾਏਗੀ ਕਿ ਨਹੀਂ, ਵੈਲਿਡ ਹੈ ਕਿ ਨਹੀਂ। ਐਜ਼ ਸੱਚ ਵੈਲਿਡ ਹੈ। ਅੱਜ ਤੱਕ ਸਾਡੇ ਕਿਸੇ ਬੱਚੇ ਦੀ ਕੋਈ ਕ੍ਰੀਡੈਂਸ਼ੀਅਲਸ ਦੇ ਵਿੱਚ ਕੋਈ ਡੈਫੀਸ਼ੀਐਂਸੀ ਨਹੀਂ ਆਈ। ਔਰ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਚਾਹੁੰਦੀ ਹਾਂ ਕਿ ਕੈਨੇਡਾ ਦੀ ਜਿਹੜੀ ਡੀਲ ਕਰਦੀ ਹੈ ਇਸ ਫਿਜ਼ੀਓਥੈਰੇਪੀ ਪ੍ਰੋਫੈਸ਼ਨ ਦੇ ਨਾਲ, ਐਜੂਕੇਸ਼ਨ ਦੇ ਨਾਲ, ਉਹ ਬਾਡੀ ਦਾ ਨਾਮ ਹੈ CAPR, ਕੈਨੇਡੀਅਨ ਅਲਾਇੰਸ ਆਫ ਫਿਜ਼ੀਓਥੈਰੇਪੀ ਰੈਗੂਲੇਟਰਸ। ਉਹਨਾਂ ਦੀ ਤੁਸੀਂ ਵੈਬਸਾਈਟ 'ਤੇ ਜਾ ਕੇ ਦੇਖੋ ਅਤੇ ਉਹਨਾਂ ਦੀ ਲਿਸਟ ਦੇ ਕਾਲਜਿਸ ਦੀ ਲਿਸਟ ਆ, ਉਹਦੇ ਵਿੱਚ ਖਾਲਸਾ ਕਾਲਜ ਦਾ ਨਾਮ ਹੈ, ਜਿੱਥੇ ਉਹਨਾਂ ਨੇ ਕਲੀਅਰਲੀ ਲਿਖਿਆ ਹੈ ਕਿ ਇਸ ਸੰਸਥਾ ਦੀ ਜਿਹੜੀ ਡਿਗਰੀ ਹੈ ਵੈਲਿਡ ਹੈ ਔਰ ਇੱਥੋਂ ਦੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਮਾਨਤਾ ਪ੍ਰਾਪਤ ਡਿਗਰੀ ਹੈ ਉਹਨਾਂ ਦੀ। ਸੋ ਇਹ ਇੱਥੋਂ ਪਤਾ ਲੱਗਦਾ ਹੈ ਕਿ ਆਪਣੇ ਇੱਕ ਕਾਲਜ ਡਿਗਰੀ ਕਰਨ ਦਾ ਕਿੰਨਾ ਜ਼ਿਆਦਾ ਬੱਚਿਆਂ ਨੂੰ ਫਾਇਦਾ ਹੈ। ਔਰ ਦੂਸਰੀ ਚੀਜ਼ ਜਿਹੜੀ ਆਪਣਾ ਬਾਕੀ ਇੰਸਟੀਟਿਊਸ਼ਨਸ ਵਾਂਗੂ ਨਹੀਂ ਹੈ ਕਿ ਕੋਈ ਵੀ ਟੀਚਰ ਕੋਈ ਵੀ ਸਬਜੈਕਟ ਪੜ੍ਹਾਈ ਜਾ ਰਿਹਾ। ਸਾਡੀ ਫੈਕਲਟੀ ਜਿਹੜੀ ਆ ਸਾਰੀ ਸਬਜੈਕਟ ਸਪੈਸ਼ਲਿਸਟ ਹੈ, ਓਨਲੀ ਅਸੀਂ ਸਪੈਸ਼ਲਿਸਟ ਨੂੰ ਹੀ ਸਬਜੈਕਟਸ ਦਿੰਦੇ ਹਾਂ। ਕੋਈ ਤਰ੍ਹਾਂ ਦੇ ਸੈਮੀਨਾਰ ਜਾਂ ਕੋਈ ਐਕਟੀਵਿਟੀਜ਼ ਸਾਡਾ ਡਿਪਾਰਟਮੈਂਟ ਜਿਹੜਾ ਬਹੁਤ ਜ਼ਿਆਦਾ ਐਕਟਿਵ ਹੈ। ਐਕਟੀਵਿਟੀਜ਼ ਹਰ ਤਰ੍ਹਾਂ ਦੀਆਂ ਐਕਟੀਵਿਟੀਜ਼ ਹਰ ਸਾਲ ਕਰਵਾਈਆਂ ਜਾਂਦੀਆਂ। ਕੰਪੀਟੀਟਿਵ ਐਕਟੀਵਿਟੀਜ਼ ਨੇ, ਬੱਚਿਆਂ ਨੂੰ ਅਸੀਂ ਇਨਕਰੇਜ ਕਰਦੇ ਹਾਂ, ਸਪੈਸ਼ਲੀ ਔਨ ਵਰਲਡ ਫਿਜ਼ੀਓਥੈਰੇਪੀ ਡੇ ਸਾਡੇ ਬੱਚੇ ਬਹੁਤ ਜ਼ਿਆਦਾ ਐਕਟਿਵਲੀ ਪਾਰਟੀਸਪੇਟ ਕਰਦੇ ਨੇ। ਇਸ ਤੋਂ ਬਿਨਾਂ ਇਹ ਹੋ ਗਿਆ ਡਿਪਾਰਟਮੈਂਟ ਦੇ ਅੰਦਰ ਦੀਆਂ ਐਕਟੀਵਿਟੀਜ਼। ਇਸ ਤੋਂ ਬਿਨਾਂ ਅਸੀਂ ਬਾਹਰ ਜਾ ਕੇ ਕਾਲਜ ਤੋਂ ਬਾਹਰ ਬਹੁਤ ਵਾਰੀ ਕੈਂਪ ਲਗਾਏ ਨੇ, ਪਿੰਡਾਂ ਵਿੱਚ ਕੈਂਪ ਲਗਾਏ ਨੇ, ਫਿਟਨੈਸ ਕੈਂਪ ਲੱਗੇ ਨੇ, ਫ੍ਰੀ ਫਿਜ਼ੀਓਥੈਰੇਪੀ ਕੈਂਪ ਲੱਗੇ ਨੇ। ਦੈਨ ਇਸ ਤੋਂ ਬਿਨਾਂ ਜਿਹੜੇ ਆਪਣੇ ਸਟਾਫ ਹੈ, ਡਿਪਾਰਟਮੈਂਟ ਦਾ ਸਟਾਫ ਹੈ, ਉਹ IAP ਜੋ ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪਿਸਟ ਹੈ ਉਹਨਾਂ ਦੇ ਐਕਟਿਵ ਮੈਂਬਰਸ ਨੇ। ਉਹ ਉੱਥੇ ਉਸ ਲੈਵਲ 'ਤੇ ਵੀ, ਨੈਸ਼ਨਲ ਲੈਵਲ 'ਤੇ ਸਾਡੇ ਟੀਚਰ ਜਿਹੜੇ ਨੇ ਉੱਥੇ ਵੀ ਐਕਟਿਵ ਨੇ। ਧੰਨਵਾਦ ਮੈਮ। ਹੁਣ ਦਰਸ਼ਕੋ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਜੀ OPD ਦੇ ਵਿੱਚ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਡਾਕਟਰ ਅਮਨ ਨਵਨੀਤ ਕੌਰ ਹੈ। ਮੈਂ OPD ਇੰਚਾਰਜ ਹਾਂ। ਠੀਕ ਹੈ, ਇੱਥੇ ਅਸੀਂ ਬੇਸਿਕਲੀ ਜਿਹੜਾ OPD ਹੈ, ਅਸੀਂ ਨੋਰਮਲ OPD ਬੇਸਿਸ 'ਤੇ ਜਿਹੜਾ ਆਊਟ ਪੇਸ਼ੈਂਟ ਡਿਪਾਰਟਮੈਂਟ ਹੈ ਅਸੀਂ ਰਨ ਕਰਦੇ ਹਾਂ OPD। ਠੀਕ ਹੈ, ਸਾਡੇ ਕੋਲ 30 to 40 ਪੇਸ਼ੈਂਟਸ ਦੀ OPD ਹੈ। ਕੋਈ ਵੀ ਆਊਟਸਾਈਡਰ ਜਾਂ ਇਨਸਾਈਡਰ ਕੋਈ ਵੀ ਸਾਡੀ OPD 'ਚ ਆ ਕੇ ਟਰੀਟਮੈਂਟ ਲੈ ਸਕਦਾ ਹੈ। ਪਲੱਸ ਜਿਹੜੇ ਵੀ ਸਾਡੇ ਕੋਲ ਸਟੂਡੈਂਟ ਆਉਂਦੇ ਨੇ, ਇਹ OPD ਦੀ ਪ੍ਰੋਪਰ ਟ੍ਰੇਨਿੰਗ ਆਵਰਸ ਹੁੰਦੇ ਆ। ਅਸੀਂ ਉਹਨਾਂ ਨੂੰ ਐਜ਼ ਅ ਪਾਰਟ ਆਫ ਡਿਗਰੀ ਪ੍ਰੋਗਰਾਮ, ਐਜ਼ ਅ ਪਾਰਟ ਆਫ ਟ੍ਰੇਨਿੰਗ ਪਰਪਸ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਹਾਂ ਤਾਂ ਕਿ ਉਹ ਪ੍ਰੋਫੈਸ਼ਨਲੀ ਜਾ ਕੇ, ਇਟ ਇਜ਼ ਪਾਰਟ ਆਫ ਦਾ ਪ੍ਰੋਟੋਕੋਲ, ਅਤੇ ਆਪਣਾ ਜਿਹੜਾ ਪ੍ਰੋਫੈਸ਼ਨਲੀ ਪ੍ਰੈਕਟਿਸ ਕਰ ਸਕਣ। ਬਿਕੋਜ਼ ਇਟ ਇਜ਼ ਅ ਪ੍ਰੋਫੈਸ਼ਨਲ ਇਹ ਫੀਲਡ ਹੈਗੀ ਹੈ ਫਿਜ਼ੀਓਥੈਰੇਪੀ। ਠੀਕ ਹੈ, ਜਿਹਦੇ 'ਚ ਬੱਚੇ ਜਾ ਕੇ ਅੱਗੇ ਆਪਣਾ ਇੰਡੀਪੈਂਡੈਂਟਲੀ ਪ੍ਰੈਕਟਿਸ ਕਰ ਸਕਦੇ ਨੇ। ਐਡਮਿਸ਼ਨ ਦੇ ਰਿਗਾਰਡਿੰਗ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੈਸੇਜ ਇਹੀ ਹੈ ਕਿ ਐਡਮਿਸ਼ਨਸ ਓਪਨ ਨੇ। ਜਿਵੇਂ +2 ਦਾ ਰਿਜ਼ਲਟ ਵੀ ਆ ਗਿਆ, ਬਹੁਤ ਜ਼ਿਆਦਾ ਸਾਡੇ ਕੋਲ ਕੈਂਡੀਡੇਟਸ ਆ ਰਹੇ ਨੇ ਔਰ ਵੀ ਹੈਵ ਵੈਰੀ ਵੈਲ ਇਕੁਇਪਡ ਲੈਬਸ।
ਹਰ ਤਰ੍ਹਾਂ ਦੀ ਲੈਬ ਹੈ, ਹਰ ਤਰ੍ਹਾਂ ਦਾ ਇਕਵਿਪਮੈਂਟ ਹੈ, ਪ੍ਰੈਕਟੀਕਲ ਐਕਸਪੋਜ਼ਰ ਬਹੁਤ ਹੈ। ਔਰ ਇਸ ਤੋਂ ਬਿਨਾਂ ਵੀ ਹੈਵ ਰੈਗੂਲਰ ਕਲੀਨਿਕਲ ਪੋਸਟਿੰਗਸ ਆਲਸੋ। ਇੱਕ ਤੇ ਇੰਟਰਨਸ਼ਿਪ 'ਚ ਹਸਪੀਟਲਸ 'ਤੇ ਤੁਹਾਡੀ ਪੋਸਟਿੰਗ ਹੈ, ਉਸ ਤੋਂ ਬਿਨਾਂ ਰੈਗੂਲਰ ਪੋਸਟਿੰਗ ਵੀ ਹੈ ਆਫਟਰ ਸੈਕਿੰਡ ਈਅਰ। ਥਰਡ ਈਅਰ ਫਾਈਨਲ ਈਅਰ ਦੇ ਸਟੂਡੈਂਟ ਸਾਡੇ ਰੈਗੂਲਰ ਬੇਸਿਸ 'ਤੇ ਅੰਮ੍ਰਿਤਸਰ ਦੇ ਰਿਨੋਨ ਹਸਪੀਟਲਸ ਵਿੱਚ ਜਾਂਦੇ ਨੇ। ਔਰ ਇੱਥੇ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਜਿਹੜੇ ਐਕਸਪੋਜ਼ਰ ਨੂੰ ਇਕੁਅਲੀ ਸਟ੍ਰੈਸ ਦਿੱਤਾ ਜਾਂਦਾ ਹੈ। ਸੋ ਐਡਮਿਸ਼ਨਸ ਦੇ ਲਈ BPT, MPT ਕਾਰਡੀਓ, MPT ਨਿਊਰੋ, MPT ਆਰਥੋਪੈਡਿਕਸ ਸਾਰਿਆਂ 'ਚ ਐਡਮਿਸ਼ਨਸ ਓਪਨ ਹੈ।